एक लख पूत सवा लख नाती, तिह रामन घर दिया ना बाती। चंद सूरज जाके तपतर सोई, बैसंतर जाके कपरे धोई। गुरमत रामै नाम बसाई, अस्थिर रहै ना कतहूँ जाई। कहत कबीर सुनो रे लोई, राम नाम बिन मुक्त ना होई। कहत कबीर सुनो रे लोई, राम नाम बिन मुक्त ना होई। वाहिगुरु जी का खालसा, वाहिगुरु जी की फतेह। जुगो जुग अटल चौर तख्त छतर दे मालक धन धन श्री गुरु ग्रंथ साहिब महाराज जी की पावन पवित्र हजूरी दे विच हाजरियां भर के लाहा प्राप्त कर रहे वडभागी माई भाई सत संगी जनों, आओ अज दा पावन पवित्र लड़ीवार शब्द जो राग आसा विच भगत कबीर साहब जी की रसना तो उचारण किया होया, उन्हां दा ये 21वां शब्द पावन अंग 481 दे उपर सुभाईमान है, जिसका पाठ आपां सरवण किया है। आओ गुरु साहब के चरणों का ओट आसरा लै करके इस पावन शब्द की विचार नूं सांझी करिए। सतगुरु महाराज कृपा करन, आप ही सरल शब्दां विच ते स्पष्ट शब्दां दे विच इसकी व्याख्या करवा लैण, क्योंकि ज्यों बुलावै त्यों बोला स्वामी। कुदरत कवन हमारी, साध संग नानक जस गायो, जो प्रभ की अत प्यारी। तो बाणी अगाध बोध है, इस दे आशे नूं पूर्ण तौर ते समझना बयान करना ये अपने वस की गल नहीं, ये गुरु की कृपा ते निर्भर करती है। तो भगत कबीर साहब जी का ये उचारण किया पावन शब्द है, जिस विच आप दस रहे ने कि दुनिया दे विच बड़े बड़े योधे होए ने, बड़े बड़े विद्वान होए ने, बड़े बड़े धनाड़ ते अमीर होए ने। इथों तक कि अज तक भावें कोई किन्ना भी अमीर होवे, पर उहदा घर ते घर दीयां कंधां कदे सोने दियां नहीं बनियां। पर रावण एडा अमीर सी कि उहदा लंका गढ़ सोने का पया। सर्व स्वयं की लंका होती, रावण से अधकाई।
ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਲਿਖਦੇ ਨੇ ਕਿ ਰਾਵਣ ਹੁਤੇ ਸੋ ਰੰਕ ਨੇ। ਕਹਿੰਦੇ ਰਾਵਣ ਕੋਈ ਕੰਗਾਲ ਨਹੀਂ ਸੀ, ਕੋਈ ਗਰੀਬ ਨਹੀਂ ਸੀ, ਕੋਈ ਮੰਗਤਾ ਨਹੀਂ ਸੀ, ਬਹੁਤ ਵੱਡਾ ਯੋਧਾ ਸੀ, ਬਹੁਤ ਵੱਡਾ ਵਿਦਵਾਨ ਸੀ ਔਰ ਬਹੁਤ ਵੱਡਾ ਧਨਾੜ ਸੀ, ਅਮੀਰ ਸੀ। ਔਰ ਉਹਦੇ ਸ਼ਹਿਰ ਦਾ, ਘਰ ਦਾ, ਉਹਦੇ ਪਰਿਵਾਰ ਦਾ, ਉਹਦੇ ਸਮਾਜ ਦਾ ਜ਼ਿਕਰ ਭਗਤ ਕਬੀਰ ਸਾਹਿਬ ਜੀ ਕਰ ਰਹੇ ਨੇ ਕਿ ਲੰਕਾ ਸਾ ਕੋਟ ਸਮੁੰਦ ਸੀ ਖਾਈ। ਕਹਿੰਦੇ ਲੋਕੀ ਕਿਲ੍ਹਾ ਬਣਾਉਂਦੇ ਨੇ ਤੇ ਕਿਲ੍ਹੇ ਦੇ ਦੁਆਰੇ ਇੱਕ ਡੂੰਘੀ ਖਾਈ ਪੁੱਟਦੇ ਨੇ, ਭਾਵ ਇੱਕ ਨਹਿਰ ਜੀ ਪੁੱਟਦੇ ਨੇ, ਡਰੇਨ ਵੀ ਉਹਨੂੰ ਕਿਹਾ ਜਾਂਦਾ। ਡਰੇਨ ਪੁੱਟਦੇ ਹਨ ਤੇ ਉਸ ਵਿੱਚ ਪਾਣੀ ਛੱਡ ਦਿੰਦੇ। ਉਹ ਖਾਈ ਡੂੰਘੀ ਵੀ ਹੁੰਦੀ ਹੈ, ਚੌੜੀ ਵੀ ਹੁੰਦੀ ਹੈ, ਪਾਣੀ ਨਾਲ ਭਰੀ ਵੀ ਹੁੰਦੀ ਹੈ, ਤਾਂ ਕਿ ਇੱਕੋ ਦਮ ਕੋਈ ਦੁਸ਼ਮਣ ਕਿਲ੍ਹੇ ਤੇ ਹਮਲਾ ਨਾ ਕਰ ਸਕੇ। ਇੱਕ ਹੀ ਰਸਤਾ ਉਹਦੇ ਵਿੱਚੋਂ ਰੱਖਿਆ ਜਾਂਦਾ ਸੀ। ਕਹਿੰਦੇ ਰਾਵਣ ਦਾ ਕਿਲ੍ਹਾ ਪੂਰੀ ਲੰਕਾ ਸੀ ਤੇ ਲੰਕਾ ਵਰਗਾ ਕਿਲ੍ਹਾ, ਏਡਾ ਵੱਡਾ ਕਿਲ੍ਹਾ ਅੱਜ ਤੱਕ ਹੋਰ ਕਿਤੇ ਨਹੀਂ ਬਣਿਆ। ਲੰਕਾ ਸਾ ਕੋਟ ਸਮੁੰਦ ਸੀ ਖਾਈ, ਤੇ ਜਿਹਦੀ ਖਾਈ ਸਮੁੰਦਰ ਹੀ ਸੀ, ਭਾਵ ਉਹਨੇ ਕੋਈ ਕਿਲ੍ਹੇ ਦੇ ਦੁਆਲੇ ਆਪ ਨਹੀਂ ਸੀ ਖਾਈ ਬਣਾਈ, ਕੋਈ ਨਹਿਰ ਪੁੱਟੀ, ਕੋਈ ਡਰੇਨ ਪੁੱਟੀ ਹੋਵੇ, ਉਹਦੇ ਵਿੱਚ ਉਹਨੂੰ ਪਾਣੀ ਆਪ ਛੱਡਣਾ ਪਿਆ ਹੋਵੇ। ਕਹਿੰਦੇ ਨਹੀਂ, ਉਹ ਸਮੁੰਦਰ ਦੇ ਵਿੱਚ ਘਿਰਿਆ ਹੋਇਆ ਟਾਪੂ ਹੈ ਤੇ ਸਮੁੰਦਰ ਹੀ ਉਸਦੀ ਖਾਈ ਹੈ। ਤੇ ਰਾਵਣ ਘਰ ਖਬਰ ਨਾ ਪਾਈ, ਪਰ ਉਸ ਰਾਵਣ ਦਾ ਵੀ ਜਦੋਂ ਅੰਤ ਸਮਾਂ ਆਇਆ ਤੇ ਕਿਸੇ ਨੂੰ ਕੋਈ ਖਬਰ ਨਹੀਂ ਸੀ, ਕਿਸੇ ਨੂੰ ਚਿੱਤ ਚੇਤਾ ਹੀ ਨਹੀਂ ਸੀ ਕਿ ਰਾਵਣ ਦੀ ਵੀ ਏਡੀ ਜਲਦੀ ਮੌਤ ਆ ਸਕਦੀ। ਇਹੀ ਤਾਂ ਇੱਕ ਭੇਤ ਹੈ ਜਿਹੜਾ ਕੁਦਰਤ ਨੇ ਆਪਣੇ ਹੱਥ ਵਿੱਚ ਰੱਖਿਆ ਹੈ ਕਿ ਕਦੋਂ ਕਿਸੇ ਦੀ ਮੌਤ ਆਉਣੀ ਹੈ ਔਰ ਉਹ ਮੌਤ ਕਿਸ ਤਰ੍ਹਾਂ ਆਉਣੀ ਹੈ ਔਰ ਉਹ ਮੌਤ ਕਿੱਥੇ ਆਉਣੀ ਹੈ। ਇਹ ਤਿੰਨ ਗੱਲਾਂ ਦਾ ਭੇਤ ਕਿਸੇ ਮਨੁੱਖ ਨੂੰ ਪਤਾ ਨਹੀਂ ਲੱਗਦਾ। ਕਿੱਥੇ ਆਉਣੀ ਮੌਤ, ਕਿਵੇਂ ਆਉਣੀ ਮੌਤ ਤੇ ਕਦੋਂ ਆਉਣੀ ਮੌਤ, ਇਹ ਖਬਰ, ਇਹ ਸੂਚਨਾ ਤੇ ਰਾਵਣ ਨੂੰ ਵੀ ਕੋਈ ਨਹੀਂ ਸੀ, ਉਹਦੇ ਪਰਿਵਾਰ ਨੂੰ ਵੀ ਕੋਈ ਖਬਰ ਨਹੀਂ ਸੀ ਤੇ ਰਾਵਣ ਘਰ ਖਬਰ ਨਾ ਪਾਈ। ਕਹਿੰਦੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਾ ਕਿ ਆ ਜਿਸ ਸੀਤਾ ਨੂੰ ਰਾਵਣ ਉਠਾ ਕੇ ਲੈ ਆਇਆ ਨਾ, ਇਹ ਅਸਲ ਵਿੱਚ ਸੀਤਾ ਨਹੀਂ ਹੈ, ਇਹ ਇਸਤਰੀ ਨਹੀਂ ਹੈ, ਇਹ ਰਾਵਣ ਦੀ ਮੌਤ ਦਾ ਇੱਕ ਸੰਦੇਸ਼ ਹੈ। ਅਸਲ ਵਿੱਚ ਉਹ ਸੀਤਾ ਹੀ ਉਸਦੀ ਮੌਤ ਬਣ ਕੇ ਗਈ, ਪਰ ਰਾਵਣ ਨੂੰ ਇਸ ਗੱਲ ਦੀ ਕੋਈ ਖਬਰ ਨਹੀਂ ਸੀ। ਰਾਵਣ ਤਾਂ ਉਸਨੂੰ ਆਪਣੀ ਧਰਮ ਪਤਨੀ ਬਣਾਉਣਾ ਚਾਹੁੰਦਾ ਸੀ ਔਰ ਰਾਵਣ ਧਰਮੀ ਪੁਰਸ਼ ਸੀ, ਉਹ ਆਪਣੇ ਨਿਯਮਾਂ ਦਾ ਪੱਕਾ ਸੀ। ਉਹਨੇ ਕੋਈ ਜ਼ਬਰਦਸਤੀ ਸੀਤਾ ਨਾਲ ਨਹੀਂ ਕੀਤੀ ਔਰ ਉਹਦੀ ਰਜ਼ਾਮੰਦੀ ਦੀ ਉਡੀਕ ਕਰ ਰਿਹਾ ਸੀ।
ਨਹੀਂ ਤੇ ਲੰਕਾ ਵਰਗਾ ਕਿਲਾ ਹੋਵੇ, ਸਮੁੰਦਰ ਵਰਗੀ ਖਾਈ ਹੋਵੇ, ਤੇ ਰਾਵਣ ਵਰਗਾ ਬਲਵਾਨ ਹੋਵੇ, ਫੌਜਾਂ ਦਾ ਮਾਲਕ ਹੋਵੇ, ਏਡਾ ਪਰਿਵਾਰ ਹੋਵੇ, ਤੇ ਇੱਕ ਬਗਾਨੀ ਇਸਤਰੀ ਉਸ ਅੱਗੇ ਕਿਵੇਂ ਅੜ ਸਕਦੀ ਸੀ? ਪਰ ਇਹ ਰਾਵਣ ਦੀ ਸ਼ਰਾਫਤ ਸੀ, ਇਹ ਰਾਵਣ ਦਾ ਗੁਣ ਸੀ, ਇਹ ਰਾਵਣ ਦਾ ਜਤ ਸਤ ਸੀ, ਔਰ ਇਹ ਉਹਦੀ ਵਡਿਆਈ ਵੱਲ ਇਸ਼ਾਰਾ ਜਾਂਦਾ ਕਿ ਐਸਾ ਉਹ ਧਰਮੀ ਸੀ, ਐਸਾ ਉਹ ਆਲਮ ਸੀ, ਵਿਦਵਾਨ ਸੀ। ਦੁਨੀਆ ਦੇ ਤਮਾਮ ਗ੍ਰੰਥ ਨੇ, ਤਮਾਮ ਵਿਦਵਾਨਾਂ ਨੇ ਰਾਵਣ ਦੇ ਨਾਲ ਇਨਸਾਫ ਨਹੀਂ ਕੀਤਾ, ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਵਣ ਦੇ ਨਾਲ ਇਨਸਾਫ ਕੀਤਾ ਹੈ। ਮਸਕੀਨ ਜੀ ਕਿਆ ਕਰਦੇ ਸਨ ਕਿ ਅਗਰ ਜੇ ਰਾਵਣ ਦੇ ਨਾਲ ਇਨਸਾਫ ਹੋਇਆ, ਉਹਦੀ ਸੱਚਾਈ ਨੂੰ ਬਿਆਨ ਕੀਤਾ, ਤੇ ਉਹ ਕੇਵਲ ਗੁਰੂ ਅਰਜਨ ਸਾਹਿਬ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਜਿਸ ਵਿੱਚ ਲਿਖਿਆ ਹੈ, ਸੰਮਨ ਜਾਓ ਇਸ ਪ੍ਰੇਮ ਕੀ, ਦਮ ਕਿਹੋ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨਹਿ, ਜਿਨ ਸਿਰ ਦੀਨੇ ਕਾਟ। ਤੇ ਭਗਤ ਨਾਮਦੇਵ ਜੀ ਨੇ ਵੀ ਇਨਸਾਫ ਕੀਤਾ ਹੈ। ਭਗਤ ਨਾਮਦੇਵ ਲਿਖਦੇ ਨੇ, ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ। ਕਹਿੰਦੇ ਰਾਵਣ ਨਾਲੋਂ ਵੀ ਕੋਈ ਵੱਡਾ ਅਮੀਰ ਤੇ ਬਲਵਾਨ ਤੇ ਧਨਾੜ ਹੋਇਆ, ਜਿਹਦੀ ਸਾਰੀ ਲੰਕਾ ਕਹਿੰਦੇ ਸੋਨੇ ਦੀ ਸੀ। ਭਗਤ ਨਾਮਦੇਵ ਜੀ ਦਾ ਕਹਿਣਾ, ਅੱਜ ਤੱਕ ਕਿਸੇ ਦਾ ਇੱਕ ਕਮਰਾ ਨਹੀਂ ਸੋਨੇ ਦਾ ਬਣਿਆ, ਪਰ ਧੰਨ ਹੈ ਉਹ ਰਾਵਣ ਜਿਹਦਾ ਲੰਕਾ ਦਾ ਕਿਲਾ ਹੀ ਸੋਨੇ ਦਾ ਸੀ। ਲੰਕਾ ਗੜ ਸੋਨੇ ਕਾ ਪਿਆ, ਕਿ ਉਹ ਲੰਕਾ ਦਾ ਕਿਲਾ ਸੋਨੇ ਦਾ ਸੀ। ਲੰਕਾ ਸਾ ਕੋਟ ਸਮੁੰਦ ਸੀ ਖਾਈ, ਤੇ ਰਾਵਣ ਘਰ ਖਬਰ ਨਾ ਪਾਈ। ਕਿਆ ਮੰਗੋ ਕਿਛ ਥਿਰ ਨਾ ਰਹਾਈ, ਦੇਖਤ ਨੈਣ ਚਲਿਓ ਜਗ ਜਾਈ। ਸੰਪਰਦਾਈ ਸਟੀਕ ਵਾਲਿਆਂ ਨੇ ਇਹਦੀ ਉਥਾਨਕਾ ਵਿੱਚ ਇੱਕ ਛੋਟੀ ਜਿਹੀ ਵਾਰਤਾ ਲਿਖੀ ਹੈ, ਜਿਹੜੀ ਮੈਂ ਕਹਿ ਕੇ ਅੱਗੇ ਤੁਰਾਂ। ਕਹਿੰਦੇ ਭਗਤ ਕਬੀਰ ਸਾਹਿਬ ਜੀ ਦੇ ਘਰ ਵਿੱਚ ਮਾਇਕ ਤੌਰ ਤੇ ਕੋਈ ਅਮੀਰੀ ਨਹੀਂ ਸੀ, ਕਿਉਂਕਿ ਉੱਥੇ ਮਾਇਆ ਦਾ ਕੋਈ ਪ੍ਰਭਾਵ ਹੀ ਨਹੀਂ ਸੀ, ਮਾਇਆ ਦਾ ਕੋਈ ਥਾਂ ਹੀ ਨਹੀਂ ਸੀ, ਮਾਇਆ ਕਰਕੇ ਕੋਈ ਲੜਾਈ ਝਗੜਾ ਨਹੀਂ ਸੀ। ਲੜਾਈ ਝਗੜੇ ਹੁੰਦੇ ਹੀ ਉੱਥੇ ਹੈ ਜਿੱਥੇ ਮਾਇਆ ਹੋਵੇ। ਆ ਜਿਨ੍ਹਾਂ ਗੁਰੂ ਘਰਾਂ 'ਚ ਮਾਇਆ ਜ਼ਿਆਦੀ ਹੈ ਨਾ, ਉੱਥੇ ਹੀ ਲੜਾਈ ਝਗੜੇ ਹੈ। ਨਹੀਂ ਤੇ ਲੱਖਾਂ ਗੁਰੂ ਘਰ ਐਸੇ ਬਣੇ ਪਏ ਨੇ ਜਿਨ੍ਹਾਂ ਦਾ ਪ੍ਰਬੰਧ ਸੰਭਾਲ ਕੇ ਕੋਈ ਰਾਜੀ ਨਹੀਂ, ਜਿਨ੍ਹਾਂ ਦੀ ਸੇਵਾ ਲੈਣ ਵਾਸਤੇ ਕੋਈ ਤਿਆਰ ਹੀ ਨਹੀਂ। ਪਰ ਜਿਨ੍ਹਾਂ ਅਸਥਾਨਾਂ ਤੇ ਮਾਇਆ ਵਧੇਰੇ ਹੈ, ਉੱਥੋਂ ਦੇ ਪ੍ਰਬੰਧਕ ਬਣਨ ਵਾਸਤੇ ਲੜਾਈਆਂ ਝਗੜੇ ਚੱਲਦੇ, ਇਲੈਕਸ਼ਨਾਂ ਚੱਲਦੀਆਂ, ਗੋਲੀਆਂ ਚੱਲਦੀਆਂ, ਕੁਰਸੀਆਂ ਚੱਲਦੀਆਂ, ਕਈ ਤਰ੍ਹਾਂ ਦੀ ਰਾਜਨੀਤੀ ਉੱਥੇ ਚੱਲਦੀ ਹੈ। ਪਰ ਕਬੀਰ ਦੇ ਘਰ ਵਿੱਚ ਮਾਇਆ ਨਹੀਂ ਸੀ, ਇਸ ਕਰਕੇ ਉੱਥੇ ਕੋਈ ਲੜਾਈ ਝਗੜਾ ਨਹੀਂ ਸੀ।
ਬਲਕਿ ਕਬੀਰ ਸਾਹਿਬ ਜੀ ਦੀ ਮਾਤਾ ਬਾਰੇ ਲਿਖਿਆ ਕਿ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਘੁਰਾਈ। ਕਹਿੰਦੇ ਕਬੀਰ ਦੀ ਮਾਂ ਆਪਣੇ ਪੁੱਤਰ ਵੱਲ ਵੇਖ ਕੇ ਚਿੰਤਾ ਕਰਦੀ ਹੈ ਕਿ ਮੇਰੇ ਕਬੀਰ ਪੁੱਤ ਦਾ ਗੁਜ਼ਾਰਾ ਕਿਵੇਂ ਚੱਲੇਗਾ। ਇਹ ਥੋੜੀ ਜਿਹੀ ਕਿਰਤ ਕਰਦਾ ਹੈ, ਖੱਡੀ ਚਲਾਉਂਦਾ ਹੈ, ਤੇ ਜੋ ਅੰਨ ਪਾਣੀ ਘਰ ਵਿੱਚ ਆਉਂਦਾ ਹੈ, ਜਦੋਂ ਤਿਆਰ ਹੁੰਦਾ ਹੈ, 2-4 ਸਾਧੂ ਸੰਤ ਆ ਜਾਂਦੇ ਹੈ ਤੇ ਇਹ ਉਹਨਾਂ ਨੂੰ ਖਵਾ ਦਿੰਦਾ ਹੈ, ਤੇ ਅਸੀਂ ਫਿਰ ਭੁੱਖੇ ਦੇ ਭੁੱਖੇ ਰਹਿ ਜਾਂਦੇ ਹਾਂ। ਕਹਿੰਦਾ ਪਹਿਲਾਂ ਸੰਤਾਂ ਨੂੰ ਭੋਜਨ ਛਕਾਓ, ਤੇ ਅਸੀਂ ਮੰਜਾ ਬਿਸਤਰਾ ਜਿਹੜਾ ਵਿਛਾਇਆ ਹੁੰਦਾ ਹੈ, ਕਹਿੰਦਾ ਇਹ ਵੀ ਉਹਨਾਂ ਸੰਤਾਂ ਨੂੰ ਦੇ ਦਿਓ। ਇਹ ਪ੍ਰਾਹੁਣੇ ਆਏ ਨੇ, ਆਏ ਸੰਤ ਪ੍ਰਾਹੁਣੇ, ਕੀਰਤਨ ਹੋਵਾ ਰਹਿਣ ਸਬਾਈ। ਔਰ ਇਹ ਸਤਸੰਗੀ ਨੇ, ਇਹ ਕੀਰਤਨ ਕਰਨ ਵਾਲੇ ਨੇ, ਇਸ ਲਈ ਇਹਨਾਂ ਨੂੰ ਖਾਟ ਦਿਓ, ਮੰਜਾ ਦਿਓ, ਬਿਸਤਰਾ ਦਿਓ। ਲਿਖਿਆ ਬਾਣੀ ਦੇ ਵਿੱਚ, ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮ ਕਉ ਸਾਥਰ ਉਨ ਕਉ ਖਾਟ, ਮੂੰਡ ਪਲੋਸ ਕਮਰ ਬੰਦ ਪੋਥੀ, ਹਮ ਕਉ ਚਾਬਨ ਉਨ ਕਉ ਰੋਟੀ। ਕਬੀਰ ਸਾਹਿਬ ਜੀ ਦੀ ਮਾਂ ਇਹ ਗੱਲ ਕਹਿ ਰਹੀ ਕਿ ਵੇਖੋ ਇੱਕ ਦੋਏ ਮੰਦਰ, ਇੱਕ ਦੋ ਸੰਤ ਸਤਸੰਗੀ ਘਰ ਵਿੱਚ ਬੈਠੇ ਹੁੰਦੇ ਨੇ ਪਹਿਲਾਂ, ਇੱਕ ਦੋਏ ਬਾਟ, ਤੇ ਇੱਕ ਦੋ ਰਸਤੇ 'ਚ ਆ ਰਹੇ ਹੁੰਦੇ ਨੇ ਜਾਂ ਘਰੋਂ ਜਾ ਰਹੇ ਹੁੰਦੇ ਨੇ। ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮ ਕਉ ਸਾਥਰ ਉਨ ਕਉ ਖਾਟ। ਜੋ ਸਾਡਾ ਮੰਜਾ ਬਿਸਤਰਾ, ਖਾਟ ਮੰਜੇ ਨੂੰ ਕਹਿੰਦੇ ਉਹ ਉਹਨਾਂ ਸੰਤਾਂ ਨੂੰ ਦੇ ਦਿੱਤਾ ਜਾਂਦਾ ਹੈ। ਤੇ ਹਮ ਕਉ ਸਾਥਰ, ਸਾਨੂੰ ਜ਼ਮੀਨ ਤੇ ਸੱਥ ਵਿਛਾ ਕੇ ਪੁੰਜੇ ਦਰੀ ਤੇ, ਚਟਾਈ ਤੇ, ਤੱਪੜ ਤੇ ਸੌਣਾ ਪੈਂਦਾ। ਹਮ ਕਉ ਸਾਥਰ ਉਨ ਕਉ ਖਾਟ। ਉਹ ਰਾਤ ਰਹਿੰਦੇ ਨੇ, ਰਾਤ ਦਾ ਪ੍ਰਸ਼ਾਦਾ ਛਕਦੇ ਹੈ, ਰਾਤ ਵਿਸ਼ਰਾਮ ਕਰਦੇ ਹੈ। ਸਵੇਰੇ ਜੋ ਜਲ ਪਾਣੀ ਤਿਆਰ ਹੁੰਦਾ ਹੈ, ਛਕ ਕੇ ਆਪਣਾ ਮੂੰਹ ਸਿਰ ਪਲੋਸਦੇ ਹੈ ਤੇ ਆਪਣਾ ਸਮਾਨ ਬੰਨ੍ਹਦੇ ਹੈ ਤੇ ਤੁਰ ਪੈਂਦੇ ਹੈ। ਮੂੰਡ ਪਲੋਸ ਕਮਰ ਬੰਦ ਪੋਥੀ, ਹਮ ਕਉ ਚਾਬਨ ਉਨ ਕਉ ਰੋਟੀ। ਅਸੀਂ ਤਾਂ ਕਈ ਵਾਰੀ ਛੋਲੇ ਚੱਬ ਕੇ ਗੁਜ਼ਾਰਾ ਕਰਦੇ ਹਾਂ, ਦਾਣੇ ਚੱਬ ਕੇ ਗੁਜ਼ਾਰਾ ਕਰਦੇ ਹਾਂ, ਤੇ ਉਹਨਾਂ ਸਾਧੂਆਂ ਸੰਤਾਂ ਨੂੰ ਕਬੀਰ ਜੀ ਪ੍ਰਸ਼ਾਦੇ ਛਕਾ ਦਿੰਦੇ। ਹਮ ਕਉ ਚਾਬਨ ਉਨ ਕਉ ਰੋਟੀ। ਐਸੀ ਦਸ਼ਾ ਹੈ ਭਗਤ ਕਬੀਰ ਦੇ ਘਰ ਵਿੱਚ। ਕਬੀਰ ਸਾਹਿਬ ਦੀ ਧਰਮ ਪਤਨੀ ਹੈ ਲੋਈ। ਲੋਈ ਬੇਨਤੀ ਕਰਦੀ ਹੈ ਕਿ ਕਬੀਰ ਸਾਹਿਬ ਜੀ, ਤੁਸੀਂ ਲੋਕਾਂ ਨੂੰ ਇੰਨੀਆਂ ਦਾਤਾਂ ਦਿੰਦੇ ਹੋ, ਲੋਕਾਂ ਦੀਆਂ ਅਰਦਾਸਾਂ, ਪ੍ਰਾਰਥਨਾ, ਬੇਨਤੀਆਂ ਪ੍ਰਭੂ ਭਗਵਾਨ ਅੱਗੇ ਕਰਦੇ ਹੋ, ਤੇ ਮੇਰੀ ਵੀ ਇੱਕ ਅਰਦਾਸ ਕਰੋ, ਮੇਰੇ ਵਾਸਤੇ ਵੀ ਕੁਛ ਮੰਗੋ। ਕਬੀਰ ਕਹਿੰਦਾ ਲੋਈ ਕੀ ਚਾਹੀਦਾ? ਉਹ ਕਹਿੰਦੀ ਵੇਖੋ ਘਰ ਵਿੱਚ ਕਿੰਨੀ ਗਰੀਬੀ ਹੈ, ਤੇ ਘਰ ਵਾਸਤੇ ਕੋਈ ਅੰਨ ਅਨਾਜ ਪਦਾਰਥ 4 ਪੈਸੇ ਤੁਸੀਂ ਵੀ ਮੰਗ ਲਓ। ਚਲੋ ਵਰਤਨੇ ਤੇ ਮੈਂ ਹੀ ਹਾਂ, ਤੁਸੀਂ ਨਾ ਵਰਤਿਓ, ਨਾ ਹੱਥ ਲਾਇਓ।
ਤਾਂ ਕਬੀਰ ਸਾਹਿਬ ਜੀ ਨੇ ਰਹਾਉ ਦੀ ਪੰਕਤੀ ਵਿੱਚ ਕੀ ਉੱਤਰ ਦਿੱਤਾ? ਕਹਿੰਦੇ ਕਿਆ ਮੰਗਾਉ ਕਿਛ ਥਿਰ ਨਾ ਰਹਾਈ, ਦੇਖਤ ਨੈਣ ਚਲਿਓ ਜਗ ਜਾਈ। ਕਬੀਰ ਸਾਹਿਬ ਕਹਿੰਦੇ ਨੇ ਐ ਲੋਈ ਕੀ ਮੰਗਾ, ਮੈਨੂੰ ਕੁਛ ਮੰਗਣ ਯੋਗ ਦਿਸਦਾ ਨਹੀਂ ਕਿ ਉਸ ਮਹਾਨ ਰੱਬ ਕੋਲੋਂ ਮੈਂ ਕੀ ਮੰਗਾ। ਆ ਨਾਸ਼ਵੰਤ ਚੀਜ਼ਾਂ ਮੰਗਾ ਜਿਨ੍ਹਾਂ ਦਾ ਕੋਈ ਭਰੋਸਾ ਹੀ ਨਹੀਂ, ਕੋਈ ਮੁਨਿਆਦ ਹੀ ਨਹੀਂ। ਜੇ ਅੰਨ ਪਾਣੀ ਮੰਗ ਲਿਆ ਤੇ 2-4 ਘੰਟੇ ਲਈ ਉਹਦਾ ਆਧਾਰ ਰਹਿਣਾ, ਸਵੇਰੇ ਖਾਓਗੇ ਦੁਪਹਿਰ ਤੱਕ, ਦੁਪਹਿਰੇ ਖਾਓਗੇ ਰਾਤ ਤੱਕ। ਇਸ ਵਾਸਤੇ ਇਹ ਚੀਜ਼ਾਂ ਤੇ ਬਹੁਤ ਤੁੱਛ ਨੇ ਤੇ ਮਾਮੂਲੀ ਹੈ, ਤੇ ਮੈਂ ਇਹ ਉਸ ਕੋਲੋਂ ਮੰਗਾ। ਉਹ ਦਾਤਾ ਬੜਾ ਵੱਡਾ ਹੈ, ਉਹ ਦਾਤਾ ਬੜਾ ਮਹਾਨ ਹੈ, ਤੇ ਏਡੇ ਵੱਡੇ ਮਹਾਨ ਦਾਤੇ ਕੋਲੋਂ ਮੈਂ ਆ ਮਾਮੂਲੀ ਚੀਜ਼ਾਂ, ਤੁੱਛ ਚੀਜ਼ਾਂ, ਨਾਸ਼ਮਾਨ ਚੀਜ਼ਾਂ, ਕੇਵਲ ਖਾਣ ਪੀਣ ਦੀਆਂ ਵਸਤਾਂ ਕਿਵੇਂ ਮੰਗ ਲਵਾਂ? ਇਹ ਤਾਂ ਥਿਰ ਨਹੀਂ ਰਹਿਣੀਆਂ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਦੇਖਤ ਨੈਣ ਚਲਿਓ ਜਗ ਜਾਈ। ਦੇਖ ਮੇਰੀਆਂ ਅੱਖਾਂ ਦੇ ਸਾਹਮਣੇ, ਤੇਰੀਆਂ ਅੱਖਾਂ ਦੇ ਸਾਹਮਣੇ ਜਗਤ ਜਾ ਰਿਹਾ ਹੈ, ਲੋਕ ਤੁਰਦੇ ਜਾ ਰਹੇ ਨੇ, ਕੋਈ ਨਾਲ ਨਹੀਂ ਲੈ ਕੇ ਜਾ ਰਿਹਾ, ਸਭ ਕੁਝ ਇੱਥੇ ਹੀ ਹੈ। ਤਾਂ ਕਬੀਰ ਸਾਹਿਬ ਜੀ ਨੇ ਉਦਾਹਰਨਾਂ ਦਿੱਤੀਆਂ ਕਿ ਵੇਖ ਲੰਕਾ ਸਾ ਕੋਟ, ਸਮੁੰਦ ਸੀ ਖਾਈ। ਲੰਕਾ ਨਾਲੋਂ ਵੀ ਵੱਡਾ ਕਿਲਾ ਕਿਸੇ ਦਾ ਹੋਇਆ ਜਿਹਦੀ ਖਾਈ ਹੀ ਸਮੁੰਦਰ ਸੀ। ਤੇ ਰਾਵਣ ਘਰ ਖਬਰ ਨਾ ਪਾਈ, ਜਾਣ ਵੇਲੇ ਦੀ ਖਬਰ ਉਸ ਰਾਵਣ ਨੂੰ ਵੀ ਪ੍ਰਾਪਤ ਨਹੀਂ ਹੋਈ। ਉਹਦੇ ਘਰ ਵਿੱਚ ਵੀ ਇਹ ਖਬਰ ਨਾ ਪਹੁੰਚੀ ਕਿ ਹੁਣ ਰਾਵਣ ਦਾ ਅੰਤ ਆ ਗਿਆ, ਹੁਣ ਰਾਵਣ ਦੀ ਮੌਤ ਆ ਗਈ। 9ਵੇਂ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸ਼ਲੋਕ ਹੈ ਜੋ ਭੋਗ ਦੇ ਸ਼ਲੋਕਾਂ ਵਿੱਚ ਸ਼ਾਮਲ ਹੈ। ਉਸ ਦਾ ਅਰਥ ਸਿਆਣੇ ਲੋਕਾਂ ਨੇ ਇਹ ਵੀ ਕੀਤਾ ਹੈ ਕਿ ਰਾਮ ਗਇਓ ਰਾਵਣ ਗਇਓ। ਕਹਿੰਦੇ ਜਦੋਂ ਰਾਮ ਨੇ ਲੰਕਾ ਤੇ ਚੜ੍ਹਾਈ ਕੀਤੀ ਨਾ, ਤੇ ਸਮਝ ਲਓ ਕਿ ਰਾਵਣ ਗਿਆ। ਉਸ ਰਾਮ ਕਰਕੇ ਹੀ ਰਾਵਣ ਦੀ ਮੌਤ ਹੋ ਗਈ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਇਹਦਾ ਅੰਤਰੀ ਭਾਵ ਇਹ ਹੈ ਕਿ ਰਾਮ ਗਇਓ, ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ, ਵਾਹਿਗੁਰੂ ਦਾ ਨਾਮ ਟਿਕ ਗਿਆ। ਰਾਵਣ ਗਇਓ, ਉਹਨਾਂ ਦੇ ਹਿਰਦੇ ਵਿੱਚੋਂ ਅਹੰਕਾਰ ਰੂਪੀ ਰਾਵਣ ਨਾਸ਼ ਹੋ ਜਾਂਦਾ ਹੈ। ਜਿਵੇਂ ਕਹਿੰਦੇ ਰਾਵਣ ਦਹਿਸਰ, ਉਹ 10 ਦਿਮਾਗਾਂ ਜਿੰਨਾ ਉਹਦਾ ਇੱਕ ਹੀ ਦਿਮਾਗ ਸੀ। ਇਹ ਨਹੀਂ ਕਿ ਸਰੀਰ ਦੇ ਧੜ ਉੱਪਰ 10 ਸਿਰ ਸਨ। ਇਹ ਤਾਂ ਅਸੀਂ ਬੁੱਤ ਬਣੇ ਵੇਖਦੇ ਆ ਨਾ, ਨਕਲੀ। ਰਾਵਣ ਸਾਡੇ ਵਰਗਾ ਹੀ ਇਨਸਾਨ ਸੀ, ਉਹ 10 ਸਿਰ ਨਹੀਂ ਸੀ ਲਈ ਫਿਰਦਾ, ਪਰ ਉਹਦਾ ਦਿਮਾਗ ਇੰਨਾ ਸੀ ਕਿ 10 ਸਿਰ ਵੀ ਉਹਦਾ ਮੁਕਾਬਲਾ ਨਹੀਂ ਸਨ ਕਰ ਸਕਦੇ। ਇਸ ਵਾਸਤੇ ਉਹਦਾ ਨਾਮ ਪੈ ਗਿਆ ਦਹਿ ਸਿਰ। ਸੀਤਾ ਲੈ ਗਿਆ ਦਹਿ ਸਿਰੋ, ਲਛਮਣ ਮੂਓ ਸਰਾਪ।
तो जिन सिर दीने काट। खैर कहते ने कि राम गयो रावण गयो, जाको बहु परिवार। जिस हंकार ते अज्ञान रावण दा बहुत वड्डा परिवार सी, विषय विकारां दा, अवगुणां दा, तो ये सारा परिवार ही ਉਹਦਾ ਉਦੋਂ ਨਾਸ਼ ਹੋ ਗਿਆ। ਅਗਿਆਨ ਤੇ ਅਹੰਕਾਰ ਰਾਵਣ ਉਦੋਂ ਮਾਰਿਆ ਗਿਆ ਜਦੋਂ ਰਾਮ ਗਇਓ, ਜਦੋਂ ਵਾਹਿਗੁਰੂ ਦਾ ਨਾਮ ਕਿਸੇ ਮਨੁੱਖ ਦੀ ਜ਼ਿੰਦਗੀ ਵਿੱਚ ਆ ਜਾਂਦਾ ਹੈ, ਜਦੋਂ ਉਹਦੇ ਹਿਰਦੇ ਵਿੱਚ ਵਸ ਜਾਂਦਾ ਹੈ। ਕਿਉਂਕਿ ਹਉਮੈ ਨਾਵੇ ਨਾਲ ਵਿਰੋਧ ਹੈ, ਦੋ ਨਾ ਵਸੈ ਇਕ ਠਾਇ। ਹਉਮੈ ਤੇ ਨਾਮ ਦਾ ਟਿਕਾਣਾ ਇੱਕ ਜਗ੍ਹਾ ਨਹੀਂ ਹੋ ਸਕਦਾ। ਜਿਸ ਹਿਰਦੇ ਵਿੱਚ ਹਉਮੈ, ਉੱਥੇ ਨਾਮ ਨਹੀਂ ਟਿਕਦਾ, ਤੇ ਜਿੱਥੇ ਨਾਮ ਟਿਕ ਜਾਏ ਉੱਥੇ ਹਉਮੈ ਨਹੀਂ ਰਹਿੰਦੀ। ਜਬ ਹਮ ਹੋਤੇ तब तू नाही, अब तू ही मैं नाही। कबीर साहब कह रहे ने, मैं क्या मांगू किश थिर ना रहाई, देखत नैन चलियो जग जाई। साडे देखदियां देखदियां जगत तुरिया जा रहा है, बदलदा जा रहा है। लखां लोग रोज मरते पे ने, लखां लोग रोज जमते पे ने। इसे करके इस संसार का नाम है आवागौण। आउणा ते जाना, गौण जाना, आवा आउणा। आवागौण संसार है, अंत सच नवेड़ा राम। धन गुरु नानक साहब जी भी एक जगह लिखते ने, मैं क्या मांगो किश थिर ना रहाई, हर दीजै नाम प्यारी जियो। तो अपना नाम दे, अपनी भगती दे, मैनू अपना ज्ञान दे। जगत ते नाशमान है, इत्थे रहन ना पावे सुर नर देवा। ऊठ सिधारे कर मुन जन सेवा, जीवत पेखे जिनी हर हर त्याया। साध संग तिनी दर्शन पाया। रहाऊ एक लख पूत सवा लख नाती। कहते जिस रावण का एडा वड्डा परिवार दसिया जाता, ये नहीं पता है सी कि नहीं, पर मिथिहासिक कथावां दे विच, पुराणिक कथावां दे विच ये लिखिया होया है कि 1 लख पूत सवा लख नर। ये पंक्तियां उस वेले का प्रचलित ख्याल है, क्योंकि बाणी के कई रूप है। बाणी सिद्धांत रूप है, बाणी प्रमाण रूप है, गुरबाणी साखी रूप है, ते गुरबाणी उपदेश रूप। इउं गुरबाणी के 4 मुख रूप ने। किते बाणी केवल प्रमाणिक तौर पर वरती गई है, उच्चारण की गई। किते बाणी सिद्धांत बयान कर दी है, किते बाणी गुरु स्वरूप हो के वो उपदेश दे रही है, किते बाणी इतिहास नूं बयान कर दी। कई शब्दां की व्याख्या करो ना, तो व्याख्या करदियां करदियां वो एक इतिहास बन जाता है, एक साखी बन जाती है।
ਜਿਵੇਂ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਮਰੀ ਹੋਈ ਗਾਂ ਜਿਉਂਦੀ ਕਰਨ ਦਾ, ਤੇ ਉਹ ਸਾਖੀ ਸ਼ਬਦ ਪੜ੍ਹਦੇ ਜਾਓ, ਸਾਖੀ ਬਣਦੀ ਜਾਏਗੀ। ਵਾਰਤਕ ਸਾਖੀ ਸੁਣਾਉਣ ਦੀ ਲੋੜ ਹੀ ਨਹੀਂ, ਉਹ ਸ਼ਬਦ ਹੀ ਸਾਖੀ ਰੂਪ ਹੈ। ਐਸੇ ਕਈ ਸ਼ਬਦ ਹੈ, ਬਾਣੀ ਸਾਖੀ ਰੂਪ ਹੈ, ਇਤਿਹਾਸ ਰੂਪ ਹੈ। तो इत्थे जो ये पंक्ति है ये प्रमाण रूप है, प्रमाणक है कि 1 लख पूत 1.25 लख नाती। कहते उस रावण का एडा वड्डा परिवार सी, जिन्हों 9वें पातशाह जी ने भी लिखिया जाको बहु परिवार, कि कहते उहदा 1 लख पुत सी ते 1.25 लख उहदा पोता सी। दरअसल ये गिनती सारी लंका दी हो सकती, क्योंकि लंका एक टापू है, कोई बहुत वड्डा देश नहीं सी। हो सकता उहदे विच 1 लख उहदा खास बंदा होवे, जिहड़ा पुत्तरां समान सी, ते 1 लख 1.25 लख अगे वो होवे जिहड़ा कुछ खास नहीं सी, वो खास दा भी अगे खास सी। उहनूं आपां पोता कह दिंदे, क्योंकि वो दूजी पीढ़ी आ जाती है। इसलिए 1 लख पूत 1.25 लख नाती, ते रावण घर दिया ना बाती। कहते जदों अंत होया ना, ते उस तो बाद अज वेख लो उहदे किले विच, उहदे घर विच कोई दीवा बत्ती करन वाला भी नहीं रहा। जिहदी लंका सोने दी सी ना, कहते जदों अंत होया ते उन्हां दे रीत मुताबक अंतिम संस्कार वेले कुछ सोना मूँह च पाया जाता, पर रावण के मूँह विच पाउण वास्ते सोना नहीं सी मिलिया। जदों पुरोहित पुजारी पंडित ने आख्या कि लियाओ सोना इहदे मूँह च पाइए, क्योंकि आखिर इहदा किला सोने दा सी, लंका सोने दी सी, इहदे खजाने विच बड़ा सोना पिया, ते लियाओ सोना इहदे मूँह च पा के अंतिम क्रिया पूरी करिए। उस वेले उहदे मुख विच पाउण वास्ते सोना नहीं सी मिलिया। कहंदे दूत आया रामचंद्र जी वल कि सोना चाहिदा, ते रामचंद्र जी कहंदे ने हुण लंका दा मालिक विभीषण है, इसलिए विभीषण कोलों जाके लै लो। कहंदे दूत विभीषण वल गया, ते विभीषण कहंदा लंका दे असली मालिक रामचंद्र है, क्योंकि उन्होंने मैनू लंका दी, मेरे भरा ने मैनू लंका नहीं दी। कहंदे दूत फिर रामचंद्र वल गया कि सोना नहीं मिलिया, ते रामचंद्र जी कहंदे इस बारे मैं कुछ नहीं कह सकता। वेखो दुश्मन नूं अपने तीर नाल मारिया, ते उहदे मूँह विच पाउण वास्ते 2.5 रत्ती सोना नहीं मिलिया। पर दूसरा पक्ष वेखो कलगियां वाले पातशाह दा, वो अपने दुश्मन नूं जे मारदे आ ना, ते 1.25 तोला सोना अपने तीर नाल ला के भेजदे। इस करके कि जे दुश्मन मर गया ते ओदी अंतिम क्रिया कर्म दे काम आएगा, जे वो बच गया
ਉਹਦੇ ਮਰਮ ਪੱਟੀ ਇਲਾਜ ਵਾਸਤੇ ਕੰਮ ਆਏ, ਕਿਉਂਕਿ ਕਲਗੀਧਰ ਪਾਤਸ਼ਾਹ ਦਾ ਕਿਸੇ ਨਾਲ ਵੈਰ ਨਹੀਂ ਸੀ। ਉਹ ਨਿਰਵੈਰ ਪੁਰਖ ਸਨ। ਉਹ ਮਨੁੱਖਤਾ ਦੇ ਭਲੇ ਵਾਸਤੇ ਆਏ ਸਨ। ਪਰ ਇੱਥੇ ਰਾਵਣ ਤੇ ਰਾਮ ਵਰਗੀ ਬਿਰਤੀ ਨਹੀਂ ਸੀ। ਰਾਵਣ ਰਾਮ ਨੂੰ ਆਪਣਾ ਦੁਸ਼ਮਣ ਸਮਝਦਾ ਸੀ ਤੇ ਰਾਮ ਰਾਵਣ ਨੂੰ ਆਪਣਾ ਦੁਸ਼ਮਣ ਸਮਝਦਾ ਸੀ। ਪਰ ਗੁਰੂ ਕਿਆਂ ਵਿੱਚ ਕੀ ਹੈ? ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬੈਰਾਈ। ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਤੀਰਾਂ ਨਾਲ ਲਾ ਕੇ ਸੋਨਾ ਭੇਜਦੇ ਪਏ ਨੇ ਤੇ ਰਾਵਣ ਦਾ ਦੂਤ ਪ੍ਰੋਹਤ ਭੀਖ ਮੰਗਦਾ ਪਿਆ ਰਾਮ ਕੋਲੋਂ ਤੇ ਵਿਭੀਸ਼ਣ ਕੋਲੋਂ ਕਿ ਥੋੜਾ ਜਿਹਾ ਸੋਨਾ ਦੇ ਦਿਓ, ਉਹਦੀ ਅੰਤਮ ਕਿਰਿਆ ਕਰਮ ਪੂਰਾ ਕਰ ਲਵਾਂ, ਪਰ ਨਹੀਂ ਮਿਲ ਰਿਹਾ। ਤਾਂ ਹੀ ਤੇ ਕਿਹਾ ਕਿ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਆਓ ਅਖਰੀ ਅਰਥ ਕਰਕੇ ਸ਼ਬਦ ਪੂਰਾ ਕਰੀਏ। ਚੰਦ ਸੂਰਜ ਜਾ ਕੇ ਤਪਤਾ ਰਸੋਈ, ਬੈ ਸੰਤਰ ਜਾ ਕੇ ਕਪਰੇ ਧੋਈ। ਕਹਿੰਦੇ ਉਹਦਾ ਏਡਾ ਵੱਡਾ ਪ੍ਰਤਾਪ ਸੀ ਕਿ ਚੰਦ ਤੇ ਸੂਰਜ ਦੀ ਰੌਸ਼ਨੀ ਦੇ ਨਾਲ ਉਹਦੇ ਘਰ ਵਿੱਚ ਖਾਣਾ ਪੱਕਦਾ ਸੀ। ਆ ਸੋਲਰ ਸਿਸਟਮ ਤੇ ਹੁਣ ਆਇਆ ਨਾ ਦੁਨੀਆ ਵਿੱਚ, ਪਰ ਰਾਵਣ ਏਡਾ ਵਿਗਿਆਨੀ ਸੀ, ਏਡਾ ਉਹ ਸਿਆਣਾ ਸੀ ਕਿ ਉਹਨੇ ਚੰਦ ਤੇ ਸੂਰਜ ਦੀ ਰੌਸ਼ਨੀ ਤੇ ਤਪਤ ਨੂੰ ਆਪਣੀ ਰਸੋਈ ਆਪਣੇ ਘਰ ਵਿੱਚ ਵਰਤ ਰਿਹਾ ਸੀ ਦਿਨੇ ਰਾਤ। ਤੇ ਉਹਦੀ ਰਸੋਈ ਹਰ ਵੇਲੇ ਤਪਦੀ ਸੀ, ਚਾਹੇ ਚੰਦ ਹੋਵੇ ਚਾਹੇ ਸੂਰਜ ਹੋਵੇ, ਪਰ ਉਹਦੇ ਚੁੱਲ੍ਹੇ ਠੰਡੇ ਨਹੀਂ ਸਨ, ਕਿਉਂਕਿ ਇੰਨੀ ਉਹਦੇ ਕੋਲ ਫੌਜ ਸੀ, ਏਡਾ ਵੱਡਾ ਉਹਦਾ ਪਰਿਵਾਰ ਸੀ ਤੇ ਉਹ ਹਰ ਵੇਲੇ ਲੰਗਰ ਚੱਲਦਾ ਸੀ। ਅੱਜ ਵੀ ਗੁਰੂ ਘਰ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸੋਈ ਜਿਹੜੀ ਨਾ ਪੂਰੇ ਆਲ ਵਰਲਡ ਦੇ ਵਿੱਚੋਂ ਵੱਡੀ ਰਸੋਈ ਹੈ ਤੇ 1.5 ਲੱਖ ਦੇ ਕਰੀਬ ਰੋਜ਼ ਉੱਥੇ ਲੰਗਰ ਛਕਿਆ ਜਾਂਦਾ ਹੈ, ਔਰ ਬਿਲਕੁਲ ਨਿਸ਼ਕਾਮ ਤੇ ਫਰੀ, ਬਿਨਾਂ ਮਤ ਭੇਦ ਰੋਕ ਟੋਕ ਜਾਤ ਪਾਤ ਤੋਂ ਤੇ ਅਦਬ ਸਤਕਾਰ ਦੇ ਨਾਲ। ਇਹ ਨਹੀਂ ਕਿ ਭਿਖਾਰੀਆਂ ਵਾਂਗ ਲੰਗਰ ਲਾਈਨ ਚਲਾ ਕੇ ਵੰਡਿਆ ਜਾਵੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਐਸੀ ਵਡਿਆਈ ਹੈ। ਬੈਸੰਤਰ ਜਾ ਕੇ ਕੱਪੜੇ ਧੋਈ ਤੇ ਬੈਸੰਤਰ ਅੱਗ ਹਰ ਵੇਲੇ ਭੱਠੀਆਂ ਚੜ੍ਹੀਆਂ ਰਹਿੰਦੀਆਂ ਸਨ, ਭੱਠੀਆਂ ਤਪਦੀਆਂ ਰਹਿੰਦੀਆਂ ਸਨ, ਉਹਨਾਂ ਵਿੱਚ ਫੌਜਾਂ ਦੇ ਕੱਪੜੇ ਧੁੱਪਦੇ ਰਹਿੰਦੇ ਸਨ। ਗੁਰਮਤਿ ਰਾਮੈ ਨਾਮ ਬਸਾਈ, ਅਸਥਰ ਰਹੇ ਨ ਕਤਹੂ ਜਾਈ। ਗੁਰਮਤਿ ਦੁਆਰਾ ਭਾਈ ਰਾਮ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਓ। ਜਿਹੜਾ ਰਾਮ ਨਾਮ ਅਸਥਿਰ ਰਹਿਣ ਵਾਲਾ ਹੈ, ਜਿਹੜਾ ਵਾਹਿਗੁਰੂ ਕਦੇ ਨਾਸ਼ ਹੋਣ ਵਾਲਾ ਨਹੀਂ, ਉਹਦਾ ਨਾਮ ਜਪੋ। ਕਹਿਤ ਕਬੀਰ ਸੁਨਾਓ ਰੇ ਲੋਈ। ਕਬੀਰ ਸਾਹਿਬ ਕਹਿੰਦੇ ਨੇ, ਇਹ ਦੁਨੀਆ ਦੇ ਲੋਕੋ ਸੁਣੋ ਮੇਰੀ ਗੱਲ, ਰਾਮ ਨਾਮ ਬਿਨ ਮੁਕਤ ਨਾ ਹੋਈ। ਅੱਜ ਤੱਕ ਨਾਮ ਜਪੇ ਤੋਂ ਬਿਨਾ ਕੋਈ ਮੁਕਤ ਨਹੀਂ ਜੇ ਹੋਇਆ। ਇਸ ਲਈ ਨਾਮ ਜਪਣਾ ਜ਼ਰੂਰੀ ਹੈ। ਬਾਕੀ ਦੇ ਕੰਮ ਬੇਸ਼ੱਕ ਤੁਸੀਂ ਕਰੋ ਚਾਹੇ ਨਾ ਕਰੋ, ਵਰਤ ਰੱਖਣੇ, ਜਲ ਧਾਰੇ ਕਰਨੇ, ਧੂਣੀਆਂ ਖਾਣੀਆਂ, ਯੋਗਾ ਅਭਿਆਸ ਕਰਨਾ, ਇਹ ਜ਼ਰੂਰੀ ਨਹੀਂ। ਨਾਮ ਜਪਣਾ ਜ਼ਰੂਰੀ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ,
जिस पुरब लिखे का लहना। कहत कबीर सुनाओ रे लोई। कबीर साहब कहते ऐ लोई सुन मेरी गल ध्यान नाल। जो कुछ तू मंगदी है ना वो थिर रहन वाला नहीं। आ मंग जिहड़ा हमेशा रहन वाला है। कहत कबीर सुनाओ रे लोई राम नाम बिन मुक्त न होई। भुल चुक दी खिमा करनी समूह साध संगत दी हाजरी। गुरु दर प्रवान होवे करो गुरु फतेह सांझी। वाहिगुरु जी का खालसा वाहिगुरु जी की फतेह।